प्यारे बच्चों, अज की फिजिक्स क्लास में तुहाडा बहुत बहुत स्वागत है। सो असी कर रहे सी लॉज ऑफ मोशन। सो ਉਹਦੇ ਚ ਅਸੀਂ 1 ਤੋਂ ਲੈ ਕੇ 10 तक क्वेश्चन कर ਲਏ ਸੀ दो ਲੈਕਚਰ ਦੇ ਵਿੱਚ। ਅੱਜ ਤੀਜਾ ਲੈਕਚਰ ਤੇ क्वेश्चन नंबर 11। सो क्वेश्चन है व्हाट आर इंपल्सिव फोर्सेस, गिव एग्जांपल्स, डिस्कस द कंसेप्ट एंड एप्लीकेशंस। सो इस तो पहला भी ਆਪਾਂ ਲੈਕਚਰ शुरू करिए। ਤੁਸੀਂ ਸਾਰਿਆਂ ਨੇ ਸਕੂਲ 'ਚ ਟੀਚਰ ਤੋਂ ਡੰਡੇ ਖਾਦੇ ਹੋਣੇ, ਜੇ ਨਹੀਂ ਖਾਦੇ ਤਾਂ ਅਸੀਂ ਖਾਦੇ ਸੀਗੇ। ਤੇ ਅਸੀਂ ਇੱਕ ਖੋਜ ਕੀਤੀ ਸੀ ਉਸ ਵੇਲੇ ਜਦੋਂ ਅਸੀਂ ਵਿਦਿਆਰਥੀ ਸੀਗੇ ਕਿ ਜਦੋਂ ਸਾਡੇ ਟੀਚਰ ਨੇ ਇਹਦਾ ਡੰਡਾ ਮਾਰਿਆ, ਠੀਕ ਹੈ, ਤਾਂ ਅਸੀਂ ਹੱਥ ਥੋੜਾ ਜਿਹਾ ਐਦਾਂ ਥੱਲੇ ਨੂੰ ਕਰ ਲਿਆ। ਉਹਦੇ ਨਾਲ ਕੀ ਹੋਇਆ, ਸਾਡੇ ਚੋਟ ਜਿਹੜੀ ਆ ਉਹ ਘੱਟ ਲੱਗੀ। ਉਸ ਵੇਲੇ ਸਾਨੂੰ ਇਹ ਨਹੀਂ ਪਤਾ ਸੀ ਕਿ ਇੰਪਲਸਿਵ ਫੋਰਸ ਕਿਹਨੂੰ ਕਹਿੰਦੇ, ਪਰ ਹੁਣ ਤੁਸੀਂ ਵੀ ਜਾਣ ਲਓ ਕਿ ਇੰਪਲਸਿਵ ਫੋਰਸ ਕਿਹਨੂੰ ਕਹਿੰਦੇ। ਤੁਸੀਂ ਦੇਖਿਆ ਹੋਣਾ ਕਿ ਜਦੋਂ ਦੋ ਜਿਹੜੇ ਰੈਸਲਰਸ ਹੈ, ਪਹਿਲਵਾਨ ਜਿਹੜੇ ਹੈ, ਜਦੋਂ ਕੁਸ਼ਤੀ ਕਰਦੇ, ਜੇ ਤਾਂ ਉਹ ਪਿੰਡਾਂ 'ਚ ਕੁਸ਼ਤੀ ਕਰ ਰਹੇ ਹੋਣ ਤਾਂ ਉੱਥੇ ਅਖਾੜਾ ਪੁੱਟਿਆ ਜਾਂਦਾ, ਚੰਗੀ ਤਰ੍ਹਾਂ ਟਰੈਕਟਰ ਘੁਮਾ ਕੇ ਉਹਨੂੰ ਚੰਗੀ ਤਰ੍ਹਾਂ ਹਲ ਦੇ ਨਾਲ ਵਾਹਿਆ ਜਾਂਦਾ, ਮਿੱਟੀ ਨੂੰ ਪੋਲਾ ਕੀਤਾ ਜਾਂਦਾ, ਉੱਥੇ ਉਹ ਪਹਿਲਵਾਨ ਜਿਹੜੇ ਆ ਘੁਲਦੇ ਆ। ਤੇ ਜੇ ਆਪਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਉੱਥੇ ਗੱਦੇ ਹੁੰਦੇ ਆ, ਉਹਦੇ ਉੱਪਰ ਜਿਹੜੇ ਪਹਿਲਵਾਨ ਆ ਉਹ ਰੈਸਲਿੰਗ ਕਰਦੇ ਆ। ਇੱਦਾਂ ਕਿਉਂ ਹੁੰਦਾ? ਉਹ ਗੱਦਿਆਂ ਤੇ ਹੀ ਰੈਸਲਿੰਗ ਕਿਉਂ ਕਰਦੇ, ਜਾਂ ਉਸ ਜ਼ਮੀਨ ਨੂੰ ਪੋਲਾ ਕਿਉਂ ਕੀਤਾ ਜਾਂਦਾ ਵਾਹ ਕੇ ਜਿੱਥੇ ਉਹਨਾਂ ਨੇ ਰੈਸਲਿੰਗ ਕਰਨੀ ਹੋਵੇ। ਜਾਂ ਜਿਹੜੇ ਬਾਕਸਰਸ ਹੈ ਉਹ ਜਦੋਂ ਬਾਕਸਿੰਗ ਕਰਦੇ ਆ ਇੱਕ ਦੂਜੇ ਦੇ ਨਾਲ ਤਾਂ ਉਹ ਹੱਥਾਂ ਦੇ ਉੱਪਰ ਗਲਵਜ਼ ਪਾਏ ਹੁੰਦੇ, ਤੇ ਉਹ ਗਲਵਜ਼ ਜਿਹੜੇ ਅੱਗੇ ਤੋਂ ਗੱਦੇਦਾਰ ਹੁੰਦੇ, ਜਿਹੜਾ ਉਹਨਾਂ ਨੇ ਸਾਹਮਣੇ ਪੰਚ ਮਾਰਨਾ ਹੁੰਦਾ ਉਹ ਗੱਦੇਦਾਰ ਹੁੰਦਾ। ਇੱਦਾਂ ਕਿਉਂ ਹੁੰਦਾ? ਜਾਂ ਜੇ ਮੰਨ ਲਓ ਆਪਾਂ ਜ਼ਮੀਨ ਤੇ ਗਿਰ ਜਾਈਏ, ਜੇ ਤਾਂ ਉੱਥੇ ਰੇਤ ਹੋਵੇ, ਠੀਕ ਹੈ ਨਾ, ਥੱਲੇ ਰੇਤ ਹੋਵੇ ਕਾਫੀ, ਫਿਰ ਸਾਡੇ ਜਿਹੜੀ ਸੱਟ ਹੈ ਉਹ ਘੱਟ ਲੱਗਦੀ। ਪਰ ਜੇ ਉਹ ਪੱਕਾ ਫਲੋਰ ਹੋਵੇ, ਫਰਸ਼ ਪਿਆ ਹੋਵੇ, ਫਿਰ ਸਾਡੇ ਸੱਟ ਜਿਹੜੀ ਆ ਉਹ ਜ਼ਿਆਦਾ ਲੱਗਦੀ। ਇਸੇ ਤਰੀਕੇ ਨਾਲ ਕ੍ਰਿਕਟ ਦੇ ਵਿੱਚ ਜਦੋਂ ਇੱਕ ਪਲੇਅਰ ਜਿਹੜਾ ਹੈ ਕੈਚ ਪਕੜਦਾ, ਮੰਨ ਲਓ ਅਸੀਂ ਬਾਲ ਜਿਹੜੀ ਹੈ ਜ਼ੋਰ ਦੀ ਕਿਸੇ ਕੋਲ ਥਰੋ ਕੀਤੀ, ਤੇ ਜਿੱਦਾਂ ਉਹ ਬਾਲ ਪਕੜਦਾ, ਉਹ ਬਾਲ ਨੂੰ ਪਕੜਦੇ ਸਾਰੇ ਆਪਣਾ ਹੱਥ ਥੋੜਾ ਜਿਹਾ ਪਿੱਛੇ ਲੈ ਕੇ ਜਾਂਦਾ, ਇੱਦਾਂ ਥੋੜਾ ਜਿਹਾ ਪਿੱਛੇ ਲੈ ਕੇ ਜਾਂਦਾ। ਇੱਦਾਂ ਕਿਉਂ ਹੁੰਦਾ? ਸੋ ਇਹ ਸਾਰਾ ਕੁਝ ਬੇਟਾ ਕਨਸੈਪਟ ਹੈ ਇੰਪਲਸਿਵ ਫੋਰਸ ਦਾ, ਇਹਨੂੰ ਆਪਾਂ ਇੰਪਲਸ ਕਹਿ ਦਿੰਦੇ ਹਾਂ। ਸੋ ਇੰਪਲਸਿਵ ਫੋਰਸ a large force acting for a short time, ਇੱਕ ਜ਼ਿਆਦਾ ਫੋਰਸ ਜਿਹੜੀ ਹੈ ਬਹੁਤ ਘੱਟ ਸਮੇਂ ਵਾਸਤੇ ਜਿਹੜੀ ਹੈ ਪ੍ਰੋਡਿਊਸ ਅ ਫਾਈਨਾਈਟ ਚੇਂਜ ਇਨ ਮੋਮੈਂਟਮ। ਮੋਮੈਂਟਮ ਆਪਾਂ ਪੜ੍ਹਿਆ ਸੀਗਾ। ਸੋ ਮੋਮੈਂਟਮ P = mv, ਤੇ ਚੇਂਜ ਇਨ ਮੋਮੈਂਟਮ ਜਦੋਂ ਫਾਈਨਲ ਵੈਲੋਸਿਟੀ ਜਿਹੜੀ ਹੈ, ਫਾਈਨਲ ਵੈਲੋਸਿਟੀ ਮੰਨ ਲਓ v ਹੈ, ਠੀਕ ਹੈ, ਤੇ ਇਨੀਸ਼ੀਅਲ ਵੈਲੋਸਿਟੀ u ਹੈ, ਤੇ ਉਹਨਾਂ ਦਾ ਮੋਮੈਂਟਮ ਵੀ ਫਾਈਨਲ ਮੋਮੈਂਟਮ mv ਹੋ ਗਿਆ ਤੇ ਇਨੀਸ਼ੀਅਲ ਮੋਮੈਂਟਮ mu ਹੋ ਗਿਆ, ਤੇ ਜਿਹੜਾ ਉਹਦਾ ਡਿਫਰੈਂਸ ਹੈ ਉਹਨੂੰ ਆਪਾਂ ਕਹਿੰਦੇ ਚੇਂਜ ਇਨ ਮੋਮੈਂਟਮ। ਉਹਨੂੰ ਆਪਾਂ ਕਹਿੰਦੇ ਚੇਂਜ ਇਨ ਮੋਮੈਂਟਮ, ਠੀਕ ਹੈ ਨਾ। ਜੇ ਮੰਨ ਲਓ mu ਜਿਹੜਾ ਇਨੀਸ਼ੀਅਲ ਮੋਮੈਂਟਮ ਹੈ, ਸਪੋਜ਼ p1 ਹੈ, ਤੇ ਫਾਈਨਲ ਮੋਮੈਂਟਮ mv ਹੈ ਜਿਹਨੂੰ ਆਪਾਂ ਕਹਿੰਦਾ p2, ਤਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਹੋ ਗਿਆ ਚੇਂਜ ਇਨ ਮੋਮੈਂਟਮ। ਹੁਣ ਚੇਂਜ ਇਨ ਮੋਮੈਂਟਮ ਜਿਹੜਾ ਹੈ ਇੱਕਦਮ ਇੰਪਲਸ ਵਿੱਚ ਕਿੱਥੋਂ ਆ ਗਿਆ? ਜਦੋਂ ਬਾਲ ਜਿਹੜੀ ਹੈ ਉਹਨੂੰ ਆਪਾਂ ਕੈਚ ਕਰਨ ਲੱਗੇ ਆ, ਜਿੱਦਾਂ ਉਹ ਸਾਡੇ ਹੱਥ ਦੇ ਨਾਲ ਟੱਚ ਕੀਤੀ, ਉਸ ਵੇਲੇ ਜਸਟ ਟੱਚ ਕਰਨ ਤੋਂ ਪਹਿਲਾਂ ਉਸ ਬਾਲ ਦੀ ਵੈਲੋਸਿਟੀ ਕਿੰਨੀ ਸੀਗੀ, ਉਸ ਬਾਲ ਦਾ ਕੁਝ ਮਾਸ ਵੀ ਹੋਏਗਾ, ਉਸ ਬਾਲ ਦੀ ਕੁਝ ਵੈਲੋਸਿਟੀ ਵੀ ਹੋਏਗੀ। ਜਦੋਂ ਅਸੀਂ ਉਹਨੂੰ ਕੈਚ ਕੀਤਾ ਤਾਂ ਅਸੀਂ ਹੱਥ ਪਿੱਛੇ ਲੈ ਗਏ, ਤੇ ਉਹ ਜਿਹੜੀ ਵੈਲੋਸਿਟੀ ਹੈ, ਜਿਹੜੀ ਕਿ ਇੱਥੇ ਇਹ ਹੋ ਸਕਦਾ ਕਿ 100 ਮੀਟਰ ਪਰ ਸੈਕਿੰਡ ਹੋਵੇ, ਤੇ ਜਿੱਦਾਂ ਅਸੀਂ ਸਾਡੇ ਹੱਥ ਨਾਲ ਟੱਚ ਕੀਤਾ, ਅਸੀਂ ਥੋੜਾ ਜਿਹਾ ਹੱਥ ਇਹਦਾ ਪਿੱਛੇ ਲੈ ਗਏ, ਤੇ ਇੱਥੇ ਜਾ ਕੇ ਉਸ ਬਾਲ ਦੀ ਵੈਲੋਸਿਟੀ ਜਿਹੜੀ ਆ ਉਹ 0 ਹੋ ਗਈ। ਮਤਲਬ ਇੱਥੇ ਕੁਝ ਮੋਮੈਂਟਮ ਹੋਰ ਸੀਗਾ, ਜਦੋਂ ਬਾਲ ਇੱਥੇ ਪਹੁੰਚੀ ਸਾਡੇ ਹੱਥ ਦੇ ਵਿੱਚ, ਇੱਥੋਂ ਅਸੀਂ ਹੱਥ ਟੱਚ ਕੀਤਾ, ਜਿੱਦਾਂ ਹੀ ਇੱਥੇ ਪਹੁੰਚੀ ਤਾਂ ਮੋਮੈਂਟਮ ਕੁਝ ਹੋਰ ਹੋ ਗਿਆ, ਮਤਲਬ ਚੇਂਜ ਇਨ ਮੋਮੈਂਟਮ ਆ ਗਿਆ। ਹੁਣ ਇਸ ਚੇਂਜ ਇਨ ਮੋਮੈਂਟਮ ਨੂੰ ਆਪਾਂ ਜਿਹੜਾ ਹੈ ਉਹ ਅਸੀਂ ਕਹਿ ਦਿੰਦੇ ਕਿ ਫੋਰਸ
ਜਿੰਨੀ ਫੋਰਸ ਹੈ ਉਸ ਬਾਲ ਦੇ ਵਿੱਚ ਔਰ ਜਿੰਨਾ ਉਹਦੇ 'ਚ ਟਾਈਮ ਲੱਗਿਆ ਉਸ ਵੈਲੋਸਿਟੀ ਨੂੰ ਜ਼ੀਰੋ ਕਰਨ 'ਚ। ਮੰਨ ਲਓ ਇੱਥੇ 100 ਮੀਟਰ ਪਰ ਸੈਕਿੰਡ ਸੀ, ਅਸੀਂ ਇੰਨਾ ਹੱਥ ਪਿੱਛੇ ਲੈ ਕੇ ਗਏ, ਇੰਨੇ ਡਿਸਟੈਂਸ ਦੇ ਬਾਅਦ ਉਹਦੀ ਵੈਲੋਸਿਟੀ ਜ਼ੀਰੋ ਹੋ ਗਈ ਤੇ ਕੁਝ ਫੋਰਸ ਸੀਗੀ ਉਹਦੇ 'ਚ ਤੇ ਉਹਨੂੰ ਜ਼ੀਰੋ ਹੋਣ ਵਾਸਤੇ ਕੁਝ ਟਾਈਮ ਲੱਗਿਆ, ਯਾਨੀ ਉਹਦਾ ਮੋਮੈਂਟਮ ਚੇਂਜ ਹੋਇਆ, ਟੀ ਟਾਈਮ ਦੇ ਵਿੱਚ ਚੇਂਜ ਹੋਇਆ। ਠੀਕ ਹੈ ਨਾ। ਤੇ ਇਟ ਇਜ਼ ਡਿਫਿਕਲਟ ਟੂ ਮੇਜ਼ਰ ਫੋਰਸ ਐਂਡ ਟਾਈਮ ਡਿਊਰੇਸ਼ਨ ਸੈਪਰੇਟਲੀ। ਸੋ ਇੱਥੇ ਜਿਹੜੀ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਜਿਹੜੀ ਉਹ ਫੋਰਸ ਹੈ ਤੇ ਜਿੰਨਾ ਉਹ ਟਾਈਮ ਲੱਗਿਆ ਉਹਨਾਂ ਨੂੰ ਆਪਾਂ ਜੇ ਅਲੱਗ-ਅਲੱਗ ਮੇਜ਼ਰ ਕਰਨਾ ਹੋਵੇ ਕਿ ਕਿੰਨੀ ਫੋਰਸ ਨਾਲ ਬਾਲ ਆਈ ਔਰ ਕਿੰਨੇ ਟਾਈਮ 'ਚ ਉਹ ਰੁਕੀ, ਉਹ ਬੜਾ ਡਿਫਿਕਲਟ ਹੈ। ਤੇ ਜੇ ਆਪਾਂ ਉਹਨੂੰ ਮੇਜ਼ਰ ਕਰਨਾ ਹੋਵੇ ਤਾਂ ਕਿੱਦਾਂ ਕਰਾਂਗੇ? ਅਸੀਂ ਕਰਾਂਗੇ ਚੇਂਜ ਇਨ ਮੋਮੈਂਟਮ, ਕਿ ਉਹਦੀ ਇੱਥੇ ਵੈਲੋਸਿਟੀ ਕਿੰਨੀ ਸੀਗੀ ਤੇ ਲਾਸਟ 'ਚ ਵੈਲੋਸਿਟੀ ਕਿੰਨੀ ਹੋ ਗਈ। ਜੇ ਸਾਨੂੰ ਇਹ ਦੋ ਵੈਲੋਸਿਟੀਜ਼ ਪਤਾ ਲੱਗ ਜਾਣ, ਮਾਸ ਅਸੀਂ ਬਾਲ ਦਾ ਮਾਸ ਜਿਹੜਾ ਉਹ ਈਜ਼ੀਲੀ ਕੈਲਕੂਲੇਟ ਕਰ ਸਕਦੇ ਹਾਂ, ਈਜ਼ੀਲੀ ਫਾਈਂਡ ਕਰ ਸਕਦੇ ਹਾਂ। ਠੀਕ ਹੈ। ਤੇ ਅਸੀਂ ਚੇਂਜ ਇਨ ਮੋਮੈਂਟਮ ਫਾਈਂਡ ਕਰ ਲਾਂਗੇ, ਉਹ ਫੋਰਸ ਇਨਟੂ ਟਾਈਮ ਸਾਡੇ ਕੋਲ ਆ ਜਾਏਗਾ। ਜੇ ਅਸੀਂ ਸੈਪਰੇਟਲੀ ਉਹਨੂੰ ਮੇਜ਼ਰ ਕਰਨ ਲੱਗੀਏ ਕਿ ਫੋਰਸ ਕਿੰਨੀ ਹੈ ਤੇ ਟਾਈਮ ਕਿੰਨਾ ਲੱਗਿਆ, then it is very difficult। ठीक है। So in such situations it is difficult to measure force and time duration separately in such situations। ये situation मैं ਤੁਹਾਨੂੰ ਦੱਸੀ ਹੈ ਕਿਹੜੀ ਬਾਲ ਦੀ ਸਿਚੁਏਸ਼ਨ ਹੈ। ਇਸੇ ਤਰ੍ਹਾਂ ਸਿਚੁਏਸ਼ਨ ਹੋਰ ਵੀ ਹੋ ਸਕਦੀ ਹੈ, ਜਿਸ ਤਰ੍ਹਾਂ ਇੱਕ ਹੈਮਰ ਦੇ ਨਾਲ ਇੱਕ ਕਿੱਲ ਦੇ ਉੱਪਰ ਸੱਟ ਮਾਰਨਾ। ਜਦੋਂ ਹੁਣ ਮੰਨ ਲਓ ਇਹ ਕਿੱਲ ਹੈ, ਠੀਕ ਹੈ, ਇਹ ਮੰਨ ਲਓ ਹੈਮਰ ਹੈ, ਜਦੋਂ ਮੈਂ ਇਹਦੇ ਤੇ ਇਦਾਂ ਸੱਟ ਮਾਰੀ, ਹੁਣ ਇਹ ਕਿੰਨੀ ਦੇਰ ਵਾਸਤੇ ਇਹਦੇ ਨਾਲ ਟੱਚ ਰਿਹਾ ਹਥੌੜਾ, ਹੈਮਰ ਜਿਹੜਾ ਹੈ ਇਸ ਨੇਲ ਦੇ ਨਾਲ ਕਿੰਨੀ ਦੇਰ ਵਾਸਤੇ ਟੱਚ ਰਿਹਾ, ਉਹਦਾ ਜੇ ਸਾਨੂੰ ਟਾਈਮ ਦਾ ਡਿਊਰੇਸ਼ਨ ਪਤਾ ਲੱਗ ਜਾਵੇ, ਇੱਕ ਸਾਨੂੰ ਹੈਮਰ ਦੀ ਫੋਰਸ ਪਤਾ ਲੱਗ ਜਾਵੇ ਕਿੰਨੀ ਹੈ, ਠੀਕ ਹੈ, ਤੇ ਫਿਰ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਕਿ ਇੰਪਲਸ ਕਿੰਨਾ ਹੈ। ਬਟ ਉਹ ਡਿਫਿਕਲਟ ਹੈ ਸਾਡੇ ਵਾਸਤੇ। ਸੋ ਇਸ ਤਰ੍ਹਾਂ ਦੀਆਂ ਹੋਰ ਸਿਚੁਏਸ਼ਨਸ ਵੀ ਹੋ ਸਕਦੀਆਂ, ਬਲੋ ਆਫ ਹੈਮਰ ਔਨ ਅ ਨੇਲ ਬਟ ਦਾ ਪ੍ਰੋਡਕਟ of force and time which is equal to the change in momentum of the body is a measurable quantity। so ਇਸ ਤਰ੍ਹਾਂ force ਤੇ time ਨੂੰ separately measure ਕਰਨਾ ਸਾਡੇ ਵਾਸਤੇ difficult ਹੈ, but measurable ਕਿਹੜੀ ਚੀਜ਼ ਹੈ, ਮਿਣਨਯੋਗ ਕਿਹੜੀ ਚੀਜ਼ ਹੈ? ਜੇਕਰ ਅਸੀਂ change in momentum ਉਹਦਾ measure ਕਰਨ ਲੱਗੀਏ ਤਾਂ ਉਹ measurable ਹੈ, ਉਹਨੂੰ ਆਪਾਂ measure ਕਰ ਸਕਦੇ ਹਾਂ, ਇਜ਼ੀਲੀ ਮਿਣ ਸਕਦੇ ਹਾਂ, ਮਾਪ ਸਕਦੇ ਹਾਂ। ਠੀਕ ਹੈ। So this product is given the name impulse। so ਜਿਹੜੀ ਇਹ ਪ੍ਰੋਡਕਟ ਹੈ, ਕਿਹਦੀ ਪ੍ਰੋਡਕਟ ਹੋਗੀ ਹੁਣੇ? ਫੋਰਸ ਤੇ ਟਾਈਮ ਦੀ। ਜਦੋਂ ਫੋਰਸ ਤੇ ਟਾਈਮ ਨੂੰ ਅਸੀਂ ਮਲਟੀਪਲਾਈ ਕਰਦੇ ਆ ਤਾਂ ਸਾਡੇ ਕੋਲ ਜਿਹੜੀ ਪ੍ਰੋਡਕਟ ਆਉਂਦੀ ਹੈ ਉਹਨੂੰ ਅਸੀਂ ਕਹਿ ਦਿੰਦੇ ਆ ਇੰਪਲਸ। ਜਾਂ ਇੰਪਲਸ ਨੂੰ ਹੋਰ ਆਪਾਂ ਕਿਸ ਤਰ੍ਹਾਂ ਮਿਲਿਆ ਸੀਗਾ ਹੁਣੇ ਜਿਹੜਾ ਆਪਾਂ ਡਿਸਕਸ ਕੀਤਾ, ਚੇਂਜ ਇਨ ਮੋਮੈਂਟਮ ਦੇ ਨਾਲ। ਤੇ ਜੇ ਆਪਾਂ ਕਰ ਦਈਏ mv mu, ਠੀਕ ਹੈ ਨਾ, ਤਾਂ ਵੀ ਉਹ ਇੰਪਲਸ ਹੀ ਹੋਵੇਗਾ। ਤੇ ਜੇ ਅਸੀਂ ਫੋਰਸ ਕੈਲਕੂਲੇਟ ਕਰਨੀ ਹੋਵੇ ਇਥੋਂ ਤਾਂ ਫੋਰਸ ਇਜ਼ ਇਕੁਅਲ ਟੂ ਚੇਂਜ ਇਨ ਮੋਮੈਂਟਮ ਡਿਵਾਈਡਡ ਬਾਈ ਟਾਈਮ। ਮਤਲਬ ਕਿ ਮੋਮੈਂਟਮ ਨੂੰ ਚੇਂਜ ਹੋਣ ਵਾਸਤੇ ਟਾਈਮ ਜਿਹੜਾ ਹੈ, ਜੇ ਆਪਾਂ ਫੋਰਸ ਕੈਲਕੂਲੇਟ ਕਰਨੀ ਹੋਵੇ, ਫੋਰਸ ਇਜ਼ ਇਕੁਅਲ ਟੂ ਤਾਂ ਸਾਡੇ ਕੋਲ ਆ ਜਾਏਗਾ mv mu ਡਿਵਾਈਡਡ ਬਾਈ t। ਹੁਣ ਜਿੰਨਾ ਟਾਈਮ ਜ਼ਿਆਦਾ ਹੋਏਗਾ ਉਨੀ ਇਹ ਫੋਰਸ ਘਟ ਜਾਏਗੀ। ਹੁਣ ਇਹ ਗੱਲ ਸਮਝ ਲਓ ਕਿ ਜਿਹੜੀ ਸੱਟ ਹੈ, ਜਦੋਂ ਡੰਡਾ ਵੱਜਿਆ ਸੀਗਾ, ਠੀਕ ਹੈ, ਤਾਂ ਅਸੀਂ ਹੱਥ ਥੱਲੇ ਕਿਉਂ ਕੀਤਾ ਸੀਗਾ? ਤਾਂ ਜੋ ਟਾਈਮ ਵੱਧ ਜਾਵੇ। ਜਦੋਂ ਇਹ ਟਾਈਮ ਵੱਧ ਜਾਏਗਾ, ਜਦੋਂ ਡਿਨੋਮੀਨੇਟਰ ਦੀ ਜਿਹੜੀ ਵੈਲਿਊ ਹੈ ਉਹ ਵੱਧਦੀ ਹੈ, ਤਾਂ ਇਹ ਵੈਲਿਊ ਜਿਹੜੀ ਹੈ ਉਹ ਘਟ ਹੁੰਦੀ ਜਾਂਦੀ ਹੈ। ਕਿਉਂਕਿ ਸਮਝਦੇ ਨਾ ਇਸ ਗੱਲ ਨੂੰ? ਮੰਨ ਲਓ ਸਾਡੇ ਕੋਲ ਇੱਕ ਟੌਫੀ ਹੈ, ਇੱਕ ਟੌਫੀ ਨੂੰ ਖਾਣ ਵਾਲਾ ਇੱਕ ਬੱਚਾ ਹੈ, ਠੀਕ ਹੈ, ਤਾਂ ਇੱਕ ਆ ਜਾਏਗਾ। ਜੇ ਇੱਕ ਟੌਫੀ ਨੂੰ ਖਾਣ ਵਾਲੇ ਬੱਚੇ ਦੋ ਹੋ ਜਾਣ ਤਾਂ ਅੱਧੀ ਹਿੱਸੇ ਆਏਗੀ, ਮਤਲਬ ਘਟ ਗਈ ਟੌਫੀ ਦੀ ਜਿਹੜੀ ਉਹ ਹੈ ਕੁਆਂਟੀਟੀ ਘਟ ਗਈ। ਜੇ ਇੱਕ ਟੌਫੀ ਨੂੰ ਖਾਣ ਵਾਲੇ 4 ਬੱਚੇ ਹੋਣ, ਠੀਕ ਹੈ, ਫਿਰ ਉਹ ਅੱਧ ਦਾ ਵੀ ਅੱਧ ਕਰਨਾ ਪਏਗਾ, ਮਤਲਬ ਇਹ ਹੋਰ ਘਟ ਗਿਆ। ਕਹਿਣ ਦਾ ਮਤਲਬ ਕਿ ਜਿੱਦਾਂ ਜਿੱਦਾਂ ਡਿਨੋਮੀਨੇਟਰ ਵਧੇਗਾ ਉਦਾਂ ਉਦਾਂ ਇਹ ਵੈਲਿਊ ਜਿਹੜੀ ਹੈ ਫੋਰਸ ਦੀ ਉਹ ਘਟੇਗੀ। ਸੋ ਅਸੀਂ ਟਾਈਮ ਨੂੰ ਵਧਾਉਣ ਵਾਸਤੇ, ਜਿੱਦਾਂ ਸਾਡੇ ਡੰਡਾ ਵੱਜਿਆ, ਜੇ ਤਾਂ ਅਸੀਂ ਬਿਲਕੁਲ ਹੱਥ ਨੂੰ ਅਕੜਾ ਲਈਏ, ਇੱਥੇ ਰੱਖੀਏ, ਠੀਕ ਹੈ ਨਾ, ਬਹੁਤ ਘੱਟ ਟਾਈਮ ਵਾਸਤੇ ਸਾਡੇ ਡੰਡਾ ਜਿਹੜਾ ਟੱਚ ਕਰੇ, ਠੀਕ ਹੈ, ਫਿਰ ਉੱਥੇ ਫੋਰਸ ਜ਼ਿਆਦਾ ਹੋਏਗੀ, ਉੱਥੇ ਫੋਰਸ ਜ਼ਿਆਦਾ ਹੋਏਗੀ ਕਿਉਂਕਿ ਇਸ ਟੀ ਦੀ ਵੈਲਿਊ ਘੱਟ ਹੈ। ਜੇ ਅਸੀਂ ਡੰਡਾ ਵੱਜਦੇ ਸਾਰ ਹੱਥ ਥੱਲੇ ਕਰ ਲਿਆ ਔਰ ਕੈਚ ਪਕੜਦੇ ਸਮੇਂ ਅਸੀਂ ਬਾਲ ਨੂੰ ਪਕੜ ਕੇ ਹੱਥ ਪਿੱਛੇ ਕਰ ਲਿਆ, ਠੀਕ ਹੈ, ਔਰ ਜਿੱਦਾਂ ਇੱਕ ਪਹਿਲਵਾਨ ਹੈ, ਰੈਸਲਰ ਹੈ, ਉਹ ਗੱਦੇ ਦੇ ਉੱਪਰ ਗਿਰਿਆ, ਠੀਕ ਹੈ, ਉਹ ਜਦੋਂ ਗਿਰਿਆ ਤਾਂ ਉਹ ਗੱਦਾ ਜਿਹੜਾ ਥੋੜਾ ਜਿਹਾ ਥੱਲੇ ਬੈਠਿਆ ਇੱਦਾਂ,
ਤੇ ਉਹਨੂੰ ਰੈਸਟ ਜਾਣ ਵਾਸਤੇ ਥੋੜਾ ਟਾਈਮ ਮਿਲ ਗਿਆ। ਸੋ ਅਸੀਂ ਬੇਸਿਕਲੀ ਟਾਈਮ ਵਧਾਉਂਦੇ ਆ ਇਦਾਂ ਕਰਕੇ, ਠੀਕ ਹੈ ਨਾ। ਸੋ ਇਹ ਸਾਡੀਆਂ ਜਿਹੜੀਆਂ ਹੈ ਇਸ ਤਰੀਕੇ ਨਾਲ ਅਸੀਂ ਉਹ ਫੋਰਸ ਘਟਾ ਸਕਦੇ ਆ, ਤੇ ਉਸ ਫੋਰਸ ਦੇ ਘਟਣ ਨਾਲ ਹੀ ਸਾਡੇ ਜਿਹੜੇ ਸੱਟ ਚੋਟ ਜਿਹੜੀ ਲੱਗਦੀ ਹੈ ਉਹ ਵੀ ਉਹਦਾ ਦਰਦ ਵੀ ਸਾਡੇ ਘਟ ਜਾਂਦਾ, ਕਿਉਂਕਿ ਫੋਰਸ ਘਟ ਜਾਂਦੀ ਉਹਦੇ ਨਾਲ, ਟਾਈਮ ਵਧਾਉਣ ਨਾਲ ਫੋਰਸ ਘਟ ਜਾਏਗੀ। ਮਤਲਬ ਚੇਂਜ ਇਨ ਮੋਮੈਂਟਮ ਜਿਹੜਾ ਹੈ MV ਤੋਂ MU ਲਿਆਉਣ ਤੱਕ ਜਿੰਨਾ ਅਸੀਂ ਟਾਈਮ ਜ਼ਿਆਦਾ ਲਵਾਂਗੇ ਉਨੀ ਜਿਹੜੀ ਹੈ ਫੋਰਸ ਜਿਹੜੀ ਉਨੀ ਘਟ ਜਾਏਗੀ ਤੇ ਉਨੀ ਸੱਟ ਚੋਟ ਵੀ ਘਟ ਲੱਗੇਗੀ। ਸੋ ਇਹ ਸੀਗਾ ਕੁਐਸਚਨ, ਵਾਟ ਆਰ ਦਾ ਇੰਪਲਸਿਵ ਫੋਰਸਸ, ਗਿਵ ਐਗਜ਼ਾਮਪਲਸ, ਡਿਸਕਸ ਦਾ ਕਨਸੈਪਟ ਐਂਡ ਐਪਲੀਕੇਸ਼ਨ। ਸੋ ਤੁਸੀਂ ਸਾਰਾ ਕੁਝ ਇਹਦੇ ਬਾਰੇ ਜਾਣ ਲਿਆ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਕੁਝ ਹੋਰ ਐਗਜ਼ਾਮਪਲਸ ਜਿਹੜੀਆਂ ਹੈ ਤੁਸੀਂ ਆਪਣੀ ਜਿਹੜੀ ਸਰਾਊਂਡਿੰਗ ਤੁਹਾਡਾ ਹੈ ਆਪਣੀ ਡੇਲੀ ਲਾਈਫ ਚੋਂ ਉਹ ਤੁਸੀਂ ਹੋਰ ਵੀ ਸੋਚ ਸਕਦੇ ਹੋ ਕਿ ਹੋਰ ਕਿੱਥੇ ਕਿੱਥੇ ਇਹਦੀਆਂ ਐਪਲੀਕੇਸ਼ਨ ਹੋ ਸਕਦੀਆਂ ਹਨ। ਸੋ ਬੇਟਾ ਕੁਐਸਚਨ ਨੰਬਰ 12 ਹੈ ਤੁਹਾਡੇ ਸਾਹਮਣੇ। show that impulse is equal to the product of average force and the time interval for which the force acts। दो चीज़ां ਇਹਦੇ ਚ, ਇੱਕ एवरेज फोर्स है, ठीक है, ਤੇ ਦੂਜਾ ਹੈ टाइम इंटरवल। ਇਹਨਾਂ ਦੋਨੋਂ ਦੀ प्रोडक्ट ਦੇ ਬਰਾਬਰ है इंपल्स, ਇਹ ਅਸੀਂ ਸ਼ੋ ਕਰਨਾ ਇੱਥੇ। ਸੋ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ, ਸਪੋਜ਼ ਇੱਕ ਹੈਮਰ ਹੈ, ਠੀਕ ਹੈ, ਤੇ ਇਹ ਮੰਨ ਲਓ ਹੈਮਰ ਹੈਗਾ ਇਸ ਤਰ੍ਹਾਂ ਦਾ, ਤੇ ਆਹ ਕਿੱਲ ਹੈ, ਨੇਲ ਜਿਹਨੂੰ ਆਪਾਂ ਕਹਿੰਦੇ ਆ ਇੰਗਲਿਸ਼ 'ਚ। ਇਹ ਇਸ ਲੱਕੜੀ ਦੇ ਵਿੱਚ ਅਸੀਂ ਨੇਲ ਲਗਾਣੀ ਹੈ, ਠੀਕ ਹੈ। ਜਦੋਂ ਇਹ ਹੈਮਰ ਇਸ ਨੇਲ ਦੇ ਉੱਪਰ ਵੱਜੇਗਾ, ਕਿੱਲ ਦੇ ਉੱਪਰ ਵੱਜੇਗਾ, ਤਾਂ ਇਹ ਕਿੱਲ ਜਿਹੜੀ ਹੈ ਲੱਕੜੀ ਦੇ ਵਿੱਚ ਚਲੀ ਜਾਏਗੀ। ਸੋ ਜਦੋਂ ਇਸ ਹੈਮਰ ਨੂੰ ਏਦਾਂ ਪਕੜ ਕੇ ਅਸੀਂ ਮਾਰਾਂਗੇ ਤਾਂ ਕੁਛ ਨਾ ਕੁਛ ਇਹਦੇ 'ਚ ਫੋਰਸ ਹੋਏਗੀ, ਠੀਕ ਹੈ। ਤੇ ਫਿਰ ਜਦੋਂ ਇਹ ਹੈਮਰ ਇਹਦੇ ਨਾਲ ਟੱਚ ਕਰ ਗਿਆ, ਮੰਨ ਲਓ ਉਸ ਵੇਲੇ ਟਾਈਮ ਹੈਗਾ T1, ਘੜੀ ਦੇ ਉੱਪਰ ਟਾਈਮ ਆਪਾਂ ਨੋਟ ਕੀਤਾ ਤੇ ਕਿੰਨਾ ਸੀਗਾ T1। ਫਿਰ ਜਦੋਂ ਇਹ ਹੈਮਰ ਇੱਕ ਵਾਰੀ ਅਸੀਂ ਜ਼ੋਰ ਦੀ ਮਾਰਿਆ, ਠੀਕ ਹੈ, ਕਿੱਲ ਥੋੜੀ ਅੰਦਰ ਚਲੀ ਗਈ, ਤੇ ਜਦੋਂ ਅਸੀਂ ਹੈਮਰ ਨੂੰ ਦੁਬਾਰਾ ਚੁੱਕਿਆ ਉੱਥੋਂ, ਉਸ ਵੇਲੇ ਟਾਈਮ ਸੀਗਾ T2। ਮਤਲਬ ਕਿੰਨੇ ਇੰਟਰਵਲ ਵਾਸਤੇ ਜਿਹੜੀ ਫੋਰਸ ਹੈ ਹੈਮਰ ਦੁਆਰਾ ਨੇਲ ਤੇ ਲਗਾਈ ਗਈ ਉਹ ਹੈਗੀ T2 minus T1, T2 minus T1, ਠੀਕ ਹੈ ਨਾ। ਜਿੱਦਾਂ ਮੰਨ ਲਓ 1:02 ਤੇ 5 ਸੈਕਿੰਡ ਦੇ ਉੱਪਰ ਉਹ ਹੈਮਰ ਉਹਨੂੰ ਟਕਰਾਇਆ, ਠੀਕ ਹੈ, ਤੇ 1:02 ਤੇ 6 ਸੈਕਿੰਡ ਦੇ ਉੱਪਰ ਉਹ ਹੈਮਰ ਅਸੀਂ ਹਟਾ ਲਿਆ, 1 ਸੈਕਿੰਡ ਵਾਸਤੇ ਫੋਰਸ ਲੱਗੀ, ਠੀਕ ਹੈ ਨਾ। ਸੋ ਜਦੋਂ ਅਸੀਂ ਇਹ T2 ਮਾਈਨਸ, ਹੁਣ ਇਹ ਜਿਹੜਾ ਹੈ ਇਹ T2 ਹੈ, ਇਹ ਟਾਈਮ ਪਹਿਲੇ ਵਾਲਾ T1 ਹੈ। ਜਦੋਂ ਅਸੀਂ T2 ਮਾਈਨਸ T1 ਕਰਾਂਗੇ 1:02 6 ਸੈਕਿੰਡ ਵਿੱਚੋਂ ਜਦੋਂ ਅਸੀਂ 1:02 5 ਸੈਕਿੰਡ ਘਟਾਵਾਂਗੇ ਤਾਂ ਸਾਡੇ ਕੋਲ ਕਿੰਨਾ ਸਮਾਂ ਆਇਆ? ਸਾਡੇ ਕੋਲ ਆਇਆ 1 ਸੈਕਿੰਡ, ਠੀਕ ਹੈ। ਸੋ ਇਹਨੂੰ ਅਸੀਂ ਕਹਿ ਦਿੰਦੇ ਡੈਲਟਾ T, ਜਿਹੜਾ ਚੇਂਜ ਇਨ ਟਾਈਮ ਹੁੰਦਾ। ਕੋਈ ਆਪਾਂ ਟਾਈਮ ਇੰਟਰਵਲ ਮੇਜ਼ਰ ਕਰਦੇ ਜਿਹੜਾ ਕਿ ਬਹੁਤ ਛੋਟਾ ਹੋਵੇ ਤਾਂ ਉਹਨੂੰ ਅਸੀਂ ਡੈਲਟਾ T ਦੇ ਨਾਲ ਡਿਨੋਟ ਕਰ ਦਿੰਦੇ, ਠੀਕ ਹੈ। ਸੋ ਡੈਲਟਾ T ਇੰਨਾ ਆ ਗਿਆ, ਫੋਰਸ ਇੰਨੀ ਆ ਗਈ। ਹੁਣ ਦੇਖੋ ਜਿਹੜੀ ਫੋਰਸ ਹੈ, ਹੁਣ ਇੱਥੇ ਲਿਖਿਆ ਹੈ ਸ਼ੋ ਦੈਟ ਇੰਪਲਸ ਇਜ਼ ਇਕੁਅਲ ਟੂ ਦਾ ਪ੍ਰੋਡਕਟ ਆਫ ਐਵਰੇਜ ਫੋਰਸ। ਐਵਰੇਜ ਫੋਰਸ ਕਿਹਾ ਗਿਆ, ਐਵਰੇਜ ਆਪਾਂ ਕਿਉਂ ਲੈਂਦੇ ਆ? ਜਦੋਂ ਅਸੀਂ ਹੈਮਰ ਨੂੰ ਇਹਦੇ ਉੱਤੇ ਮਾਰਿਆ, ਹੋ ਸਕਦਾ ਪਹਿਲਾਂ ਜਿਹੜੀ ਇੱਕਦਮ ਜਿਹੜੀ ਫੋਰਸ ਲੱਗੀ ਆ ਉਹ 5 ਨਿਊਟਨ ਹੈ, ਠੀਕ ਹੈ। ਫਿਰ ਜਦੋਂ ਉਨੀ ਫੋਰਸ ਨਾ ਰਹੀ ਹੋਵੇ ਅੱਗੇ ਤੱਕ, ਜਦੋਂ T1 ਤੋਂ ਲੈ ਕੇ T2 ਤੱਕ ਜਿਹੜਾ ਟਾਈਮ ਹੈ ਉਨੇ ਦੌਰਾਨ ਜ਼ਰੂਰੀ ਨਹੀਂ ਕਿ ਫੋਰਸ ਜਿਹੜੀ ਆ 5 ਨਿਊਟਨ ਹੀ ਲੱਗੇ, ਹੋ ਸਕਦਾ ਅੱਗੇ ਜਾ ਕੇ 4.9 ਹੋ ਜਾਵੇ, ਹੋ ਸਕਦਾ ਉਹ ਤੋਂ ਬਾਅਦ ਹੋਰ 4.8 ਹੋ ਜਾਵੇ, ਠੀਕ ਹੈ। ਸੋ ਅਸੀਂ ਤਿੰਨਾਂ ਨੂੰ ਜੋੜ ਕੇ ਉਹਨੂੰ 3 ਨਾਲ ਡਿਵਾਈਡ ਕਰ ਲਿਆ। ਜੇ ਮੰਨ ਲਓ ਸਾਡੇ ਕੋਲ 3 ਰੀਡਿੰਗਸ ਹੈ ਤਾਂ ਤਿੰਨਾਂ ਨੂੰ ਐਡ ਕਰਕੇ 3 ਨਾਲ ਡਿਵਾਈਡ ਕਰ ਲਿਆ। ਜੇ ਸਾਡੇ ਕੋਲ 4 ਰੀਡਿੰਗਸ ਹੈ, 4 ਨੂੰ ਐਡ ਕਰਕੇ 4 ਨਾਲ ਡਿਵਾਈਡ ਕਰ ਲਿਆ। ਸੋ ਮਤਲਬ ਸਾਡੇ ਕੋਲ ਜਿਹੜੀ ਇੱਕ ਐਵਰੇਜ ਫੋਰਸ ਆ ਗਈ, ਜਿਹਨੂੰ ਅਸੀਂ ਕਹਿ ਦਿੰਦੇ F ਐਵਰੇਜ, F ਐਵਰੇਜ। ਸੋ ਇਹ ਸਾਡੇ ਕੋਲ ਫੋਰਸ ਆ ਗਈ, ਐਵਰੇਜ ਫੋਰਸ ਆ ਗਈ। So show that impulse is equal to the product of average force and the time interval for which the force acts. So ਹੁਣ ਜੇ ਮੰਨ ਲਓ ਬਹੁਤ ਥੋੜੇ ਟਾਈਮ ਵਾਸਤੇ ਫੋਰਸ ਲੱਗਦੀ ਹੈ ਤਾਂ ਇੰਪਲਸ ਵੀ ਬਹੁਤ ਥੋੜਾ ਹੋਏਗਾ, ਬਹੁਤ ਘੱਟ ਹੋਏਗਾ।
ਸੋ ਜੇ ਅਸੀਂ J ਦੇ ਨਾਲ ਇੰਪਲਸ ਨੂੰ ਆਪਾਂ ਡਿਨੋਟ ਕਰਦੇ ਹੋਈਏ ਮੰਨ ਲਓ, ਤਾਂ ਜੇ ਬਹੁਤ ਥੋੜੇ ਟਾਈਮ ਵਾਸਤੇ ਫੋਰਸ ਲੱਗੀ ਹੋਏ ਤਾਂ ਇੰਪਲਸ ਜਿਹੜਾ ਬਹੁਤ ਘੱਟ ਹੈ, ਜਿਹਦੀ ਵੈਲਿਊ ਬਹੁਤ ਛੋਟੀ ਹੈ, ਤਾਂ ਉਹਨੂੰ ਅਸੀਂ ਲਿਖ ਦਿਆਂਗੇ DJ। ठीक है ना, this is small impulse, so this small impulse is equal to force which is the average force and into ਜਿਹੜਾ ਇਹ small time interval ਸੀ, ਜਿੰਨੇ ਸਮੇਂ ਵਾਸਤੇ ਹੈਮਰ ਜਿਹੜਾ ਹੈ ਕਿਲ ਦੇ ਉੱਤੇ ਫੋਰਸ ਲਗਾ ਰਿਹਾ ਸੀ, so that was dt, ਬਹੁਤ ਛੋਟਾ ਟਾਈਮ ਜਿਹੜਾ ਹੈ। ਸੋ ਹੁਣ ਅਸੀਂ ਇਹਨੂੰ ਇੰਟੀਗ੍ਰੇਟ ਕਰ ਦਿਆਂਗੇ ਦੂਜੇ ਸਟੈਪ ਦੇ ਵਿੱਚ, dj is equal to f average dt, ਤੇ ਇਹਨੂੰ ਅਸੀਂ ਇੰਟੀਗ੍ਰੇਟ ਕਰ ਦਾਂਗੇ। ਇੰਟੀਗ੍ਰੇਸ਼ਨ ਵਾਸਤੇ ਹੁਣ ਕਿਉਂਕਿ ਇੱਥੇ dt ਹੈ ਵਿਦ ਰਿਸਪੈਕਟ ਟੂ ਟਾਈਮ ਅਸੀਂ ਇੰਟੀਗ੍ਰੇਟ ਕਰ ਰਹੇ ਹਾਂ, ਸੋ ਜਿਹੜਾ ਸਾਡਾ ਟਾਈਮ ਹੈ ਉਹ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ, ਉਹ t1 ਤੋਂ ਸਟਾਰਟ ਹੋਇਆ ਸੀ ਤੇ t2 ਤੱਕ ਗਿਆ। ਠੀਕ ਹੈ ਨਾ, ਟਾਈਮ ਕਿੱਥੋਂ ਸਟਾਰਟ ਹੋਇਆ ਸਾਡਾ, t1 ਤੋਂ ਸਟਾਰਟ ਹੋ ਕੇ ਆ ਦੇਖੋ ਜਿੱਥੇ ਫੋਰਸ t1 ਤੇ ਸਟਾਰਟ ਹੋਈ ਸੀ ਤੇ t2 ਟਾਈਮ ਤੱਕ, ਜਿਹਨੂੰ ਆਪਾਂ ਕਹਿੰਦੇ ਸੀ ਕਿ 1:02:05 ਇੱਥੇ ਹੋ ਗਏ, 1:02:06 ਇੱਥੇ ਹੋ ਗਏ। ਠੀਕ ਹੈ, t2 ਜਿਹੜਾ ਹੈ ਬਾਅਦ ਵਾਲਾ ਟਾਈਮ ਹੋ ਗਿਆ, ਬਾਅਦ ਵਾਲਾ। ਸੋ ਇਹਨੂੰ ਇੰਟੀਗ੍ਰੇਟ ਕੀਤਾ ਤਾਂ ਸਾਡੇ ਕੋਲ ਜਦੋਂ ਇਹ d ਦਾ ਮਤਲਬ ਹੈ ਸਮਾਲ, ਇੰਟੀਗ੍ਰੇਟ ਮਤਲਬ ਛੋਟੇ ਛੋਟੇ ਸਮਾਲ ਪਾਰਟਸ ਨੂੰ ਜੋੜ ਦਿੱਤਾ ਆਪਾਂ, ਤੇ ਇਹ ਦੋਵੇਂ ਇੱਕ ਦੂਜੇ ਨਾਲ ਕੈਂਸਲ ਹੋ ਗਏ ਕਿਉਂਕਿ d ਜਿਹੜਾ ਹੈ ਪਾਰਟਸ ਨੂੰ ਪਾਰਟਸ ਕਰਦਾ ਉਹਦੇ, ਤੇ ਇੰਟੀਗ੍ਰੇਟ ਜਿਹੜਾ ਉਹਨਾਂ ਨੂੰ ਜੋੜਦਾ ਹੈ। ਸੋ ਸਾਡੇ ਕੋਲ ਸਿੰਪਲ ਆ ਗਿਆ j which is the impulse। so impulse is equal to, ਹੁਣ ਇੱਥੇ ਦੇਖੋ ਇਹ ਆ ਗਿਆ ਸਾਡੇ ਕੋਲ f average, ਕਿਉਂਕਿ ਉਹਦੀ ਅਸੀਂ ਐਵਰੇਜ ਲੈਣੀ ਫੋਰਸ ਦੀ, ਤੇ dt ਜਿਹੜਾ ਹੈ ਉਹਨੂੰ ਇੰਟੀਗ੍ਰੇਟ ਕਰਕੇ ਸਾਡੇ ਕੋਲ t ਆ ਗਿਆ, ਤੇ t ਦੀ ਵੈਲਿਊ ਕਿੱਥੋਂ ਕਿੱਥੋਂ ਤੱਕ ਵੇਰੀ ਕਰਦੀ, t1 ਤੋਂ ਲੈ ਕੇ t2 ਤੱਕ ਵੇਰੀ ਕਰਦੀ, ਜਿਹੜਾ ਕਿ ਅਸੀਂ ਇੱਥੇ ਟਾਈਮ ਲਿਆ ਸੀਗਾ ਕਿ t1 ਇਨੀਸ਼ੀਅਲ ਟਾਈਮ ਹੈ, t2 ਫਾਈਨਲ ਟਾਈਮ ਹੈ। ਸੋ ਜਦੋਂ ਅਸੀਂ ਇਹਨੂੰ ਇੰਟੀਗ੍ਰੇਟ ਕੀਤਾ ਤਾਂ ਸਾਡੇ ਕੋਲ ਆ ਗਿਆ f average ਇਨਟੂ, ਹੁਣ ਇੱਥੇ ਆ ਗਿਆ ਸਾਡੇ ਕੋਲ t2 ਮਾਈਨਸ t1। ਸੋ ਇਹ ਇਜ਼ ਇਕੁਅਲ ਟੂ ਆ ਗਿਆ, ਇੱਥੇ ਐਰੋ ਲਗਾ ਦੇਣਾ ਕਿਉਂਕਿ ਫੋਰਸ ਜਿਹੜੀ ਹੈ ਉਹ ਇੱਕ ਵੈਕਟਰ ਕੁਆਂਟੀਟੀ ਹੈ। ਸੋ f ਐਵਰੇਜ ਇਨਟੂ ਮਲਟੀਪਲਾਈ ਕਿਆ ਹੋ ਜਾਏਗਾ, t2 ਮਾਈਨਸ t1 ਕਿਆ ਹੈ ਸਾਡੇ ਕੋਲ, ਡੈਲਟਾ t, ਜਿਹੜਾ ਕਿ ਇੱਕ ਬਹੁਤ ਘੱਟ ਟਾਈਮ ਹੈ, ਸੋ ਇਨਟੂ ਡੈਲਟਾ t। ਸੋ j is equal to, impulse is equal to multiplication of force average into delta t। ਸੋ ਇਹ ਸਾਡੇ ਕੋਲ ਰਿਜ਼ਲਟ ਆ ਗਿਆ ਜਿਹੜਾ ਕਿ ਅਸੀਂ ਸ਼ੋ ਕਰਨਾ ਸੀਗਾ, show that impulse is equal to the product of average force and the time interval। ਇਹ time interval ਹੈ ਤੇ ਇਹ average force ਹੈ। ਕਲੀਅਰ ਹੋ ਗਿਆ? ਸੋ ਆਈ ਹੋਪ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਬੇਟੇ ਖੁਦ ਲਿਖ ਕੇ, ਠੀਕ ਹੈ, ਇਹਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਇਹਨੂੰ ਖੁਦ ਲਿਖ ਕੇ ਦੇਖਣਾ, ਮੂੰਹ ਜ਼ਬਾਨੀ ਲਿਖ ਕੇ ਦੇਖਣਾ, ਫਿਰ ਤੁਸੀਂ ਪੇਪਰ 'ਚ ਕਰ ਸਕਦੇ ਹੋ ਇਹਨੂੰ। ਨੈਕਸਟ ਹੈ ਕੁਐਸਚਨ ਨੰਬਰ 13, show that the impulse of a force is equal to the change in momentum produced by the force। so suppose ਸਾਡੇ ਕੋਲ ਇੱਕ ਹੈਮਰ ਹੈ, ਠੀਕ ਹੈ, ਇਹ ਹੈਮਰ ਹੈ ਜਿਹਨੂੰ ਅਸੀਂ ਪੰਜਾਬੀ 'ਚ ਹਥੌੜਾ ਕਹਿੰਦੇ ਹੁੰਦੇ, ਤੇ ਇੱਥੇ ਇੱਕ ਕਿੱਲ ਹੈ ਜਿਹਦੇ ਉੱਪਰ ਹਥੌੜਾ ਵੱਜ ਰਿਹਾ, ਤੇ ਇਹ ਕਿੱਲ ਜਿਹੜੀ ਹੈ ਇਸ ਲੱਕੜੀ ਦੇ ਵਿੱਚ ਚਲੀ ਜਾਏਗੀ। ਠੀਕ ਹੈ, ਹੁਣ ਜਦੋਂ ਹਥੌੜਾ ਆਇਆ ਕਿਸੇ ਇੱਕ ਜਗ੍ਹਾ ਤੇ ਆ ਕੇ ਅਸੀਂ ਮੰਨ ਲੈਂਦੇ ਕਿ ਉਹਦੀ ਵੈਲੋਸਿਟੀ ਜਿਹੜੀ ਹੈ u ਹੈ, ਤੇ ਜਦੋਂ ਹਥੌੜਾ ਕਿੱਲ ਦੇ ਉੱਪਰ ਵੱਜਿਆ ਤੇ ਜਿੰਨੀ ਦੇਰ ਉਹ ਕਿੱਲ ਦੇ ਕੰਟੈਕਟ ਵਿੱਚ ਰਿਹਾ, ਠੀਕ ਹੈ, ਉਸ ਤੋਂ ਬਾਅਦ ਉਹਦੀ ਵੈਲੋਸਿਟੀ ਜਿਹੜੀ ਆ ਉਹ v ਹੋ ਗਈ, ਮਤਲਬ ਫਾਈਨਲ ਵੈਲੋਸਿਟੀ। ਇਹ ਕਹਿ ਸਕਦੇ ਆਪਾਂ ਕਿ ਰੁਕ ਗਿਆ ਉੱਥੇ ਜਾ ਕੇ ਹਥੌੜਾ, ਜਾਂ ਹੋ ਸਕਦਾ ਕਿ ਬਹੁਤ ਘੱਟ ਸਮੇਂ ਵਾਸਤੇ ਹਥੌੜਾ ਜਿਹੜਾ ਹੈ ਉਹ ਕਿੱਲ ਦੇ ਨਾਲ ਕੰਟੈਕਟ ਵਿੱਚ ਰਿਹਾ ਹੋਵੇ। ਸੋ ਹੁਣ ਇਹ ਜਿਹੜਾ ਹਥੌੜਾ ਹੈ ਇਹਦੇ ਚ ਕੁਝ ਫੋਰਸ F ਹੈ, ਠੀਕ ਹੈ, ਤੇ ਆਪਾਂ ਸ਼ੋ ਕਰਨਾ, show that the impulse of a force is equal to the change in momentum produced। change in momentum, ਹੁਣ ਜੇ ਇਹਦਾ ਮਾਸ m ਹੈ ਮੰਨ ਲਓ, ਠੀਕ ਹੈ, ਤੇ ਇਨੀਸ਼ੀਅਲ ਮੋਮੈਂਟਮ ਕਿੰਨਾ ਹੋਏਗਾ, ਇਨੀਸ਼ੀਅਲ ਮੋਮੈਂਟਮ ਕਿੰਨਾ ਹੋਏਗਾ, mu ਹੋਏਗਾ, ਤੇ ਫਾਈਨਲ ਮੋਮੈਂਟਮ ਕਿੰਨਾ ਹੋਏਗਾ, mv ਹੋਏਗਾ।
ठीक है। तो मोमेंटम ਨੂੰ ਅਸੀਂ ਕਿਹੜੇ ਲੈਟਰ ਦੇ ਨਾਲ ਲਿਖ ਦਿੰਦੇ p ਦੇ ਨਾਲ, ठीक है। सो रेट ऑफ चेंज ऑफ मोमेंटम इज इक्वल टू द फोर्स। सो ਇਹਦਾ मतलब कि फोर्स ਜਿਹੜੀ है वो इक्वल टू ਕਾਹਦੇ ਹੋਈ रेट ऑफ चेंज ऑफ मोमेंटम विद रिस्पेक्ट टू टाइम, ठीक है ना। फोर्स ਜਿਹੜੀ है इट इज इक्वल टू रेट ऑफ चेंज ऑफ मोमेंटम विद रिस्पेक्ट टू टाइम। ਹੁਣ ਜੇ ਆਪਾਂ ਇਸ dt ਨੂੰ ਇੱਧਰ ਮਲਟੀਪਲਾਈ ਕਰਤਾ ਤਾਂ ਸਾਡੇ ਕੋਲ ਆ ਗਿਆ f dt इज इक्वल टू dp, ठीक है। तो dp क्या है स्मॉल मोमेंटम है, तो dt एक स्मॉल टाइम है। बहुत घट समय वास्ते फोर्स लगी तो बहुत घट मोमेंटम पैदा होगा, ठीक है, चेंज इन मोमेंटम। सो फिर आप इंटीग्रेट किया f dt, तो जी टाइम की लिमिट वो कितनी है, सपोज जो इनिशियली असी 0 तो स्टार्ट किया सी ते t तक गया, मान लो 0 तो लैके t तक की टाइम की लिमिट है। तो मोमेंटम की जी लिमिट है वो कितों लैके कितों तक है। सपोज पहला ਇਹਦਾ मोमेंटम ਜਿਹੜਾ है जो ਇਹ u ਸੀਗੀ ਜੀ ਤਾਂ p1 ਮੰਨ ਲੈਂਦੇ ਆਪਾਂ ਇਹਨੂੰ, ਤੇ ਬਾਅਦ ਵਾਲਾ ਜਿਹੜਾ मोमेंटम ਹੈ ਉਹਨੂੰ ਆਪਾਂ p2 ਕਹਿ ਦਿੰਦੇ ਹਾਂ। ਸੋ ਇਹਦਾ ਮਤਲਬ ਕਿ ਜਿਹੜਾ dp ਹੈ ਜਦੋਂ ਅਸੀਂ ਇਹਨੂੰ ਇੰਟੀਗ੍ਰੇਟ ਕਰਾਂਗੇ ਤਾਂ ਇਹ p1 ਤੋਂ ਲੈ ਕੇ p2 ਤੱਕ ਇਹਦੀ ਲਿਮਿਟ ਹੋਊਗੀ, ਠੀਕ ਹੈ। ਤੇ ਜਦੋਂ ਅਸੀਂ ਹੁਣ ਇਹਨੂੰ ਇੰਟੀਗ੍ਰੇਟ ਕੀਤਾ ਤਾਂ ਸਾਡੇ ਕੋਲ ਇੱਥੇ ਆ ਗਿਆ f t, t ਕਿੱਥੋਂ ਲੈ ਕੇ ਕਿੱਥੋਂ ਤੱਕ ਹੈ 0 ਤੋਂ ਲੈ ਕੇ t ਤੱਕ, ਤੇ ਇਕੁਅਲ ਟੂ dp आ गया साडे कोल p, ते p कित्थों लैके कित्थों तक है p1 तो लैके p2 तक, ठीक है। जदों हुण असीं ये दोनों वैल्यूज विच पुट करांगे तो साडे कोल आ जाएगा f इत्थे आ गया t - 0 ते इत्थे आ गया साडे कोल p2 - p1, ठीक है। तो इत्थे जदों मल्टीप्लाई कीता तो साडे कोल आ गया f t = p2 - p1। ਹੁਣ ਇਹ ਸਾਨੂੰ ਆਲਰੇਡੀ ਪਤਾ ਹੈ ਕਿ f * t क्या चीज है इंपल्स। सो इंपल्स इज इक्वल टू p2 - p1। सो यही ਅਸੀਂ ਸ਼ੋ ਕਰਨਾ ਸੀਗਾ, ਸ਼ੋ दैट द इंपल्स ऑफ अ फोर्स इज इक्वल टू द चेंज इन मोमेंटम। सो इंपल्स ਸਾਡੇ ਕੋਲ ਆ ਗਿਆ चेंज इन मोमेंटम, ਜਿੱਥੇ p2 ਜਿਹੜਾ ਫਾਈਨਲ मोमेंटम है ਤੇ p1 ਜਿਹੜਾ ਉਹ ਇਨੀਸ਼ੀਅਲ ਮੋਮੈਂਟਮ ਹੈ। ਮੋਮੈਂਟਮ ਇਜ਼ ਇਕੁਅਲ ਟੂ ਕਾਹਦੇ ਹੁੰਦਾ ਮਾਸ ਇਨਟੂ ਵੈਲੋਸਿਟੀ। ਸੋ ਹੁਣ ਇਹਦੀਆਂ ਅਸੀਂ ਇੱਕ ਡਾਈਮੈਂਸ਼ਨਸ ਦੇਖਦੇ ਹਾਂ ਕਿ ਜਿਹੜਾ ਇੰਪਲਸ ਹੈ ਉਹਦੀਆਂ ਡਾਈਮੈਂਸ਼ਨਸ ਤੇ ਉਹਦੀਆਂ ਯੂਨਿਟਸ ਕੀ ਹੋਣਗੀਆਂ। ਸੋ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਇੰਪਲਸ ਇਜ਼ ਇਕੁਅਲ ਟੂ मोमेंटम फाइनल मोमेंटम माइनस इनिशियल मोमेंटम है, मतलब चेंज इन मोमेंटम है। सो जो मोमेंटम दियां यूनिट्स ते डायमेंशन होणगीਆਂ ਉਹੀ इंपल्स ਦੀਆਂ ਹੋਣਗੀਆਂ। सो मोमेंटम ਜਿਹੜਾ ਹੈ ਸਾਨੂੰ ਪਤਾ ਕਿ p = mv ਹੁੰਦਾ, ਠੀਕ ਹੈ, m ਮਾਸ ਤੇ v ਵੈਲੋਸਿਟੀ। ਸੋ ਜੇ ਆਪਾਂ ਇਹਦੀਆਂ ਯੂਨਿਟਸ ਦੇਖਣੀਆਂ ਹੋਣ ਤਾਂ ਮਾਸ ਜਿਹੜਾ ਹੈ ਕਿਲੋਗ੍ਰਾਮ ਚ ਤੇ ਵੈਲੋਸਿਟੀ ਜਿਹੜੀ ਹੈ ਮੀਟਰ ਪਰ ਸੈਕਿੰਡ ਦੇ ਵਿੱਚ ਹੋਊਗੀ। ਸੋ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਦੀਆਂ ਐਸਆਈ ਯੂਨਿਟਸ ਹੋ ਗਈਆਂ। ਜੇ ਅਸੀਂ ਸੀਜੀਐਸ ਯੂਨਿਟ ਦੇਖਣੀ ਹੋਵੇ ਤਾਂ ਜਿਹੜਾ ਮਾਸ ਹੈ ਉਹ ਗ੍ਰਾਮ ਹੋ ਜਾਏਗਾ, मीटर की जगह सेंटीमीटर पर सैकेंड आ जाएगा। ये यूनिट्स हो गई सीजीएस के विच। ते जे असीं डायमेंशन की गल करिए तो मास की डायमेंशन m ते वेलोसिटी की डायमेंशन l t - 1, मतलब जिहड़ियां डायमेंशन है इंपल्स की वो हो जाएगी m l t - 1। सो आई होप कि तुहानूं ये चंगी तरह समझ आ गया होना, ठीक है। सो पहला वांगू चंगी तरह अंडरस्टैंड करके इन्हों मूंह जबानी लिख के देख। So let us do a numerical. It is question number 14. So the numerical is a batsman hits back a ball straight in the direction of the bowler without changing its initial speed of 12 meter per second. If the mass of the ball is 0.15 kg, determine the impulse imparted to the ball। ਹੁਣ ਇੱਕ बैट्समैन है, मान लो ये एक बैट है, ठीक है, तो एक बॉल आ रही है बैट वाल, ये बॉल है, ठीक है। सो इस डायरेक्शन से बॉल जी जा रही है,
ए बैट्समैन हिट्स बैक, बैक मतलब कि ਜਦੋਂ ਇਹਨੇ ਹਿੱਟ ਕੀਤਾ ਤਾਂ ਬਾਲ ਜਿਹੜੀ ਆ ਦੁਬਾਰਾ ਇਸ ਡਾਇਰੈਕਸ਼ਨ ਚ ਆ ਗਈ, ਜਿਸ ਡਾਇਰੈਕਸ਼ਨ ਚ ਜਾ ਰਹੀ ਸੀ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਵਾਪਸ ਆ ਗਈ ਬਾਲ। ਠੀਕ ਹੈ ਨਾ, ਡਾਇਰੈਕਸ਼ਨ ਆਫ ਦਾ ਬॉलर, मतलब जिधर बॉलर है, बॉलर इस साइड है ना, इधरों बॉल सिट रहा हो। और इनिशियल स्पीड ਜਿਹੜੀ ਆ ਉਹ 12 ਮੀਟਰ ਪਰ ਸੈਕਿੰਡ ਹੈ। ਸੋ ਇੱਥੇ u = 12 ਮੀਟਰ ਪਰ ਸੈਕਿੰਡ, ਤੇ ਜਿਹੜੀ ਫਾਈਨਲ ਵੈਲੋਸਿਟੀ ਹੈ ਉਹ ਵੀ 12 ਮੀਟਰ ਪਰ ਸੈਕਿੰਡ ਹੋਏਗੀ, ਪਰ ਕਿਉਂਕਿ ਇਹ ਵੈਕਟਰ ਕੁਆਂਟੀਟੀ ਹੈ ਔਰ ਇੱਥੇ ਡਾਇਰੈਕਸ਼ਨ ਜਿਹੜੀ ਉਲਟ ਹੋ ਗਈ ਇਹਦੀ। ਠੀਕ ਹੈ ਨਾ, ਬਾਲ ਪਹਿਲਾਂ ਇਸ ਡਾਇਰੈਕਸ਼ਨ 'ਚ ਜਾ ਰਹੀ ਬੈਟ ਵਾਲੇ ਪਾਸੇ, ਫਿਰ ਜਦੋਂ ਇੱਥੇ ਟਕਰਾਈ ਤਾਂ ਫਿਰ ਉਹ ਬॉलर ਵਾਲੇ ਪਾਸੇ ਆ ਗਈ। ਸੋ ਇਹਦਾ ਮਤਲਬ ਜਿੱਥੇ 12 ਮੀਟਰ ਪਰ ਸੈਕਿੰਡ ਹੈ ਤਾਂ ਇੱਥੇ -12 ਮੀਟਰ ਪਰ ਸੈਕਿੰਡ ਹੋ ਜਾਏਗੀ। ਠੀਕ ਹੈ, ਤੇ ਬਾਲ ਹੈ ਜਿਹੜੀ ਉਹਦਾ ਮਾਸ ਕਿੰਨਾ ਹੈ, ਉਹਦਾ ਮਾਸ ਹੈ 0.15 kg, 0.15 kg। So determine the impulse imparted to the ball। So ਜਦੋਂ ਅਸੀਂ impulse find ਕਰਨਾ ਹੈ ਤਾਂ ਸਾਡੇ ਕੋਲ ਫਾਰਮੂਲਾ ਹੈ, ਆਪਾਂ ਕਹਿੰਦੇ ਹਾਂ ਕਿ change in momentum is impulse। ਠੀਕ ਹੈ, so change in momentum ਕਿੰਨਾ ਹੋ ਗਿਆ, mv minus mu, फाइनल मोमेंटम माइनस इनिशियल मोमेंटम। सो फाइनल मोमेंटम कितना हो गया, दोनों चो m कॉमन काट लो। ठीक है, ते v माइनस u, ते m कितना साडे कोल मास कितना है, हुण इत्थे सी क्योंकि मास है साडे कोल 0.15 kg, 0.15, ते v कितना साडे कोल फाइनल वेलोसिटी -12 माइनस u कितना है 12 है। ठीक है, तो आ गया साडे कोल 0.15 इनटू -12, तो -12 कितने हो गए -22। तो जब इन्हों ਅਸੀਂ ਮਲਟੀਪਲਾਈ ਕੀਤਾ ਤਾਂ ਸਾਡੇ ਕੋਲ ਆ ਗਿਆ 15 चौके 60, 6 15 30 6 36। तो दो ਛੱਡ ਕੇ ਡੈਸੀਮਲ ਇੱਥੇ ਆ ਗਿਆ 3.6, ਯਾਨੀ ਕਿ ਸਾਡੇ ਕੋਲ ਆ ਗਿਆ, ਤੇ ਸਾਈਨ ਜਿਹੜਾ ਨੈਗੇਟਿਵ ਨਾਲ ਮਲਟੀਪਲਾਈ ਹੋਇਆ ਤੇ ਇੱਥੇ ਆ ਗਿਆ -3.6। ਤੇ ਯੂਨਿਟਸ ਕਿਆ ਹੋਣਗੀਆਂ, ਯੂਨਿਟਸ ਅਸੀਂ ਹੁਣੇ ਡਿਸਕਸ ਕੀਤੀਆਂ ਸੀ ਪਿੱਛੇ, ਜਦੋਂ ਮਾਸ ਇਨਟੂ ਵੈਲੋਸਿਟੀ ਹੁੰਦਾ ਤਾਂ ਮਾਸ ਦੀ ਯੂਨਿਟ ਜਿਹੜੀ ਆ ਉਹ ਕਿਲੋਗ੍ਰਾਮ ਹੈ, ਤੇ ਵੈਲੋਸਿਟੀ ਦੀ ਯੂਨਿਟ ਜਿਹੜੀ ਹੈ ਉਹ ਮੀਟਰ ਪਰ ਸੈਕਿੰਡ ਹੈ। ਜਾਂ ਅਸੀਂ ਯੂਨਿਟਸ ਦੀਆਂ, ਕਿਉਂਕਿ ਇਹਨੂੰ ਅਸੀਂ ਫੋਰਸ ਇਨਟੂ ਟਾਈਮ ਵੀ ਕਹਿੰਦੇ ਹਾਂ, ਤੇ ਜਾਂ ਅਸੀਂ ਇਦਾਂ ਕਹਿ ਸਕਦੇ -3.6 ਨਿਊਟਨ टाइम की यूनिट होगी सेकंड। सो ये ਦੀਆਂ यूनिट्स होंगी। आओ एक और न्यूमेरिकल करते हैं आप। सो क्वेश्चन नंबर 15 है ये, while launching a rocket of mass 2 × 10⁴ kg, a force of 5 × 10⁵ Newton is applied for 20 seconds। ਹੁਣ ਸਾਡੇ ਕੋਲ ਇੱਕ ਰॉकेट है, ठीक है, मान लो ये रॉकेट है ਸਾਡੇ ਕੋਲ, ਇਹ ਰॉकेट ਹੈਗਾ। ठीक है, ਤੇ ਇਹਦਾ ਮਾਸ ਕਿੰਨਾ ਹੈ, ਇਹਦਾ ਮਾਸ ਹੈ 2 × 10⁴ kg। ठीक है, ਤੇ ਇਹਨੂੰ ਫੋਰਸ ਕਿੰਨੀ ਦਿੱਤੀ ਗਈ, ਇੱਥੋਂ ਫੋਰਸ ਕਿੰਨੀ ਲਗਾਈ ਗਈ ਉੱਪਰ ਉਡਾਉਣ ਵਾਸਤੇ, ਇਹਨੂੰ ਫੋਰਸ ਲਗਾਈ ਗਈ 5 × 10⁵ × 10⁵ न्यूटन is applied for 20 seconds। किन्ने टाइम वास्ते फोर्स लगाई गई, जब ਆਪਾਂ ਮੰਨ ਲਓ ਸਕੂਟਰ ਨਾ ਸਟਾਰਟ ਹੁੰਦਾ ਹੋਵੇ, ਕੋਈ ਗੱਡੀ ਨਾ ਸਟਾਰਟ ਹੁੰਦੀ ਹੋਵੇ, ਆਪਾਂ ਫੋਰਸ ਲਗਾਉਂਦੇ ਰਹਿੰਦੇ ਨੇ, ਨਾਲ ਦੌੜਦੇ ਰਹਿੰਦੇ, ਕਿੰਨੇ ਟਾਈਮ ਵਾਸਤੇ ਅਸੀਂ ਉਹਨੂੰ ਧੱਕਾ ਲਗਾ ਰਹੇ। ਠੀਕ ਹੈ, ਇਸੇ ਤਰ੍ਹਾਂ ਰॉकेट ਨੂੰ ਕਿੰਨੇ ਟਾਈਮ ਵਾਸਤੇ ਫੋਰਸ ਲਗਾਈ ਗਈ, ਉਹ ਟਾਈਮ ਹੈ ਸਾਡੇ ਕੋਲ 20 ਸੈਕਿੰਡ, 20 ਸੈਕਿੰਡ ਵਾਸਤੇ ਉਹਦੇ ਤੇ ਫੋਰਸ ਲਗਾਈ ਗਈ। ਸੋ ਪਹਿਲਾਂ ਤਾਂ ਰॉकेट ਜਿਹੜਾ ਹੈ ਰੁਕਿਆ ਹੋਇਆ, ਮਤਲਬ ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੋ ਗਈ, 0 ਹੋ ਗਈ। ਇਨੀਸ਼ੀਅਲ ਵੈਲੋਸਿਟੀ u ਨਾਲ ਆਪਾਂ ਡਿਨੋਟ ਕਰਦੇ ਹਾਂ। ਸੋ u = 0, ਤੇ ਕੈਲਕੂਲੇਟ ਦ ਵੈਲੋਸਿਟੀ ਅਟੇਨਡ ਬਾਈ ਦ ਰॉकेट ਐਟ ਦ ਐਂਡ ਆਫ 20 ਸੈਕਿੰਡ। 20 ਸੈਕਿੰਡ ਤੋਂ ਬਾਅਦ, 20 ਸੈਕਿੰਡ ਫੋਰਸ ਲਗਾਉਣ ਤੋਂ ਬਾਅਦ ਉਸ ਰॉकेट ਦੀ ਵੈਲੋਸਿਟੀ ਕਿੰਨੀ ਹੋਏਗੀ, ਮਤਲਬ ਅਸੀਂ ਵੈਲੋਸਿਟੀ ਫਾਈਂਡ ਕਰਨੀ ਕਿ रॉकेट ਦੀ ਕਿੰਨੀ ਹੋਏਗੀ। ਠੀਕ ਹੈ, ਕੁਐਸਚਨ ਸਮਝ ਆ ਗਈ ਨਾ। ਤੇ ਹੁਣ
ਇੰਪਲਸ ਜਿਹੜਾ ਹੈ ਉਹਦੇ ਦੋ ਫਾਰਮੂਲੇ ਆਪਾਂ ਕੀਤੇ ਹੁਣ ਤੱਕ। ਇੰਪਲਸ ਇਜ਼ ਇਕੁਅਲ ਟੂ, ਇੱਕ ਅਸੀਂ ਕਹਿੰਦੇ ਕਿ ਫੋਰਸ ਇਨਟੂ ਟਾਈਮ ਇੰਪਲਸ ਹੁੰਦਾ, ਦੂਜਾ ਅਸੀਂ ਕਹਿੰਦੇ ਕਿ ਚੇਂਜ ਇਨ ਮੋਮੈਂਟਮ। ਚੇਂਜ ਇਨ ਮੋਮੈਂਟਮ ਮਤਲਬ ਫਾਈਨਲ ਮੋਮੈਂਟਮ, ਮੋਮੈਂਟਮ ਹੁੰਦਾ ਮਾਸ ਇਨਟੂ ਵੈਲੋਸਿਟੀ ਮਾਈਨਸ ਇਨੀਸ਼ੀਅਲ ਮੋਮੈਂਟਮ। ਇਨੀਸ਼ੀਅਲ ਵੈਲੋਸਿਟੀ u ਹੈ ਤੇ ਫਾਈਨਲ ਵੈਲੋਸਿਟੀ v ਹੈ। तो जो v ਨੂੰ ਅਸੀਂ m ਚ ਗੁਣਾ ਕਰਾਂਗੇ, ਫਾਈਨਲ ਵੈਲੋਸਿਟੀ ਨੂੰ ਮਾਸ ਚ ਗੁਣਾ ਕਰਾਂਗੇ, ਠੀਕ ਹੈ, ਤਾਂ ਸਾਡੇ ਕੋਲ ਫਾਈਨਲ ਮੋਮੈਂਟਮ ਆ ਜਾਏਗਾ। ਜਦੋਂ ਇਨੀਸ਼ੀਅਲ ਵੈਲੋਸਿਟੀ ਨੂੰ ਮਾਸ ਨਾਲ ਗੁਣਾ ਕਰਾਂਗੇ ਤਾਂ ਇਨੀਸ਼ੀਅਲ ਮੋਮੈਂਟਮ ਆ ਜਾਏਗਾ, ਠੀਕ ਹੈ। ਸੋ ਇਹ ਦੋਨੇ ਫਾਰਮੂਲੇ ਜਿਹੜੇ ਇੰਪਲਸ ਦੇ ਆ, ਦੋਨਾਂ ਨੂੰ ਅਸੀਂ ਇੱਕ ਦੂਜੇ ਦੇ ਇਕੁਅਲ ਵੀ ਲਿਖ ਸਕਦੇ ਹਾਂ। ਅਸੀਂ ਲਿਖ ਸਕਦੇ ਹਾਂ mv mu ft, ਕਿਉਂਕਿ mv mu ਵੀ ਇੰਪਲਸ ਨੂੰ ਸ਼ੋ ਕਰਦਾ ਤੇ f t ਵੀ ਇੰਪਲਸ ਨੂੰ ਸ਼ੋ ਕਰਦਾ। ਸੋ ਇੱਥੇ m ਕਿਉਂਕਿ ਦੋਵਾਂ ਚ ਹੈ, m ਨੂੰ ਆਪਾਂ ਕਾਮਨ ਕੱਢ ਲੈਂਦੇ ਆ ਤੇ v ਕਿੰਨਾ ਤੇ u ਕਿੰਨਾ। v ਅਸੀਂ ਫਾਈਂਡ ਕਰਨਾ ਕਿਉਂਕਿ ਇੱਥੇ ਸਟੇਟਮੈਂਟ 'ਚ ਲਿਖਿਆ ਕਿ ਅਸੀਂ ਫਾਈਨਲ ਵੈਲੋਸਿਟੀ ਫਾਈਂਡ ਕਰਨੀ, ਤੇ ਮਾਈਨਸ ਜਦੋਂ m ਕਾਮਨ ਕੱਢ ਲਿਆ ਇੱਥੋਂ ਤੇ ਅੰਦਰ ਹੈ ਗਿਆ v u। v ਅਸੀਂ ਫਾਈਂਡ ਕਰਨਾ, u ਕਿੰਨਾ ਹੈ। ਇਨੀਸ਼ੀਅਲੀ ਜਿਹੜਾ ਰਾਕਟ ਹੈ ਉਹ ਕਿੱਥੇ ਹੈ, ਜ਼ੀਰੋ ਵੈਲੋਸਿਟੀ ਤੇ ਰੁਕਿਆ ਹੋਇਆ, ਵਿਰਾਮ ਅਵਸਥਾ 'ਚ ਹੈ, ਰੈਸਟ ਪੋਜੀਸ਼ਨ 'ਚ ਹੈ। ਸੋ ਇੱਥੇ 0 ਆ ਜਾਏਗਾ, is equal to force into time, ठीक है ना। सो इतने force into time। ਹੁਣ ਅਸੀਂ ਵੈਲਿਊਜ਼ ਪੁੱਟ ਕਰਦੇ ਹਾਂ। ਮਾਸ ਕਿੰਨਾ ਹੈ 2 into 10⁴। ਸੋ ਇੱਥੇ m ਦੀ ਜਗ੍ਹਾ ਤੇ ਆ ਜਾਏਗਾ 2 into 10⁴। v - 0 v ਹੋ ਜਾਏਗਾ। f ਜਿਹੜਾ ਹੈ ਫੋਰਸ ਕਿੰਨੀ ਹੈ, ਫੋਰਸ ਹੈ 5 into 10⁵। ਸੋ 5 into 10⁵ ਤੇ ਟਾਈਮ ਕਿੰਨਾ ਹੈ 20 ਸੈਕਿੰਡ into 20, ठीक है। तो ਅਸੀਂ ਫਾਈਨਲ ਵੈਲੋਸਿਟੀ v ਪਤਾ ਕਰਨੀ ਤੇ ਆ ਜਿਹੜਾ ਨਾਲ ਮਲਟੀਪਲਾਈ ਹੋਇਆ v ਚ ਜਾ ਕੇ ਤੋਂ ਡਿਵਾਈਡ ਹੋ ਜਾਏਗਾ। ਸੋ v 5 into 10⁵ into 20 divided by 2 into 10⁴। सो ਜਦੋਂ ਇਹਨੂੰ ਅਸੀਂ ਮਲਟੀਪਲਾਈ ਕਰਾਂਗੇ 2 10 ਦਾ 20 ਹੋ ਜਾਏਗਾ, ਠੀਕ ਹੈ। ਤੇ ਇਹ ਆ ਗਿਆ ਸਾਡੇ ਕੋਲ 5 into 10⁻⁴ ਕਿੰਨਾ 10 ਦੀ ਪਾਵਰ 5 ਇਹ ਹੈ। ਹੁਣ ਜੇ ਇਕੱਲਾ 10 ਹੈ ਮੰਨ ਲਓ 10 ਦੀ ਪਾਵਰ 1 ਹੈ, ਸੋ ਟੋਟਲ ਕਿੰਨਾ ਬਣ ਗਿਆ 5 + 1 6, ਠੀਕ ਹੈ। ਤੇ ਥੱਲੇ ਕਿੰਨਾ 10 ਦੀ ਪਾਵਰ 4। ਸੋ ਜਦੋਂ ਡਿਵਾਈਡ ਹੋਇਆ ਹੋਵੇ ਤਾਂ ਪਾਵਰ ਜਿਹੜੀਆਂ ਮਾਈਨਸ ਹੋ ਜਾਂਦੀਆਂ। ਸੋ ਉੱਪਰ 5 + 1 6 ਹੋ ਗਿਆ ਸੀ, ਜਿਹੜਾ 4 ਹੈ ਇਹ ਵਿੱਚੋਂ ਮਾਈਨਸ ਹੋ ਜਾਣਾ ਤੇ ਸਾਡੇ ਕੋਲ ਆ ਜਾਣਾ ਇਹ 5 into 10⁻²। क्या फाइंड किया ਆਪਾਂ फाइनल वेलोसिटी। तो वेलोसिटी की यूनिट क्या है मीटर पर सेकंड। सो ये दी फाइनल वेलोसिटी होगी रॉकेट दी। यूनिट जरूर लिखनी ਜਦੋਂ ਵੀ ਆਪਾਂ ਕੋਈ ਨਿਊਮੈਰੀਕਲ ਕਰਨਾ ਹੈ ਤਾਂ ਉਹਦੇ ਚ ਅਸੀਂ यूनिट्स जरूर ਨਾਲ ਲਿਖਣੀ। ਜਿੱਦਾਂ ਮਾਸ ਦੀ यूनिट ਕਿਲੋਗ੍ਰਾਮ ਹੈ, ਟਾਈਮ ਦੀ यूनिट ਸੈਕਿੰਡ ਹੈ, ਫੋਰਸ ਦੀ यूनिट ਨਿਊਟਨ ਹੈ। ਸੋ ਇਹ ਬਹੁਤ ਜ਼ਰੂਰੀ ਹੈ ਲਿਖਣਾ, ਨਹੀਂ ਇਹਦੇ ਨੰਬਰ ਕੱਟ ਜਾਣਗੇ ਤੁਹਾਡੇ, ਠੀਕ ਹੈ। ਸੋ ਇਹ ਸੀਗਾ ਨਿਊਮੈਰੀਕਲ। ਸੋ ਅੱਜ ਦੇ ਜਿਹੜੇ 5 ਕੁਐਸਚਨ ਆ ਕੰਪਲੀਟ ਹੋ ਗਏ, 15 ਕੁਐਸਚਨ ਸਾਡੇ ਟੋਟਲ ਹੋ ਗਏ ਲਾਜ਼ ਆਫ ਮੋਸ਼ਨ ਦੇ। ਸੋ ਆਈ ਹੋਪ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਰਿਹਾ ਹੋਣਾ। ਚੰਗੀ ਤਰ੍ਹਾਂ ਇਹਨੂੰ ਬੁੱਕ ਚੋਂ ਵੀ ਪੜ੍ਹ ਲੈਣਾ, ਰਿਵਾਈਜ਼ ਕਰ ਲੈਣਾ, ਅੰਡਰਸਟੈਂਡ ਕਰ ਲੈਣਾ ਤੇ ਲਿਖ ਕੇ ਦੇਖ ਲੈਣਾ। ਆਲ ਦੀ ਬੈਸਟ, ਥੈਂਕ ਯੂ ਵੈਰੀ ਮਚ।